ਨਾਖਾਂ ਦੇ ਪਰਛਾਵੇਂ ਤੋਂ ਹੀ ਉਸ ਨੂੰ 3 ਵੱਜਣ ਦਾ ਪਤਾ ਲੱਗ ਗਿਆ। ਗਾਉਂ ਨੂੰ ਘਾਹ ਪਾਉਂਦੇ ਉਹ ਰੁਕ ਗਈ। ਸਾਹਮਣੇ ਚਿੜਾਂ ਉੱਤੇ ਨਜ਼ਰ ਪਈ ਤਾਂ ਦੇਖਿਆ ਧੁੱਪ ਪੀਲੀ ਪੈ ਗਈ ਸੀ। ਚਿੜਾਂ ਤੋਂ ਨਜ਼ਰ ਤਿਲਕ ਕੇ ਹੇਠਾਂ ਜਾ ਪਈ, ਜਿੱਥੇ ਸਰਕਾਰੀ ਬੰਗਲਾ ਸੀ। ਬੰਗਲੇ ਦਾ ਲਾਲ ਰੰਗ ਚੌਹਾਂ ਪਾਸੇ ਖਿਲਰੇ ਸਾਵੇਂ ਰੰਗ ਵਿੱਚ ਇੰਜ ਲੱਗਦਾ ਸੀ ਜਿਵੇਂ ਸਾਵੀ ਕਮੀਜ਼ ਉੱਤੇ ਲਾਲ ਸੁਰਖ ਬਟਨ। ਉਸ ਹੱਥ ਵਿੱਚ ਫੜਿਆ ਘਾਹ ਗਾਉਂ ਅੱਗੇ ਸੁੱਟਿਆ ਤੇ ਫਿਰ ਬੰਗਲੇ ਵੱਲ ਤੱਕਣ ਲੱਗ ਪਈ। ਬੰਗਲੇ ਦੇ ਚੌਕੀਦਾਰ ਚਤਰੂ ਦੀ ਆਵਾਜ਼, "ਸਾਹਿਬ, ਤੈਨੂੰ ਬੁਲਾ ਰਹੇ ਨੇ, ਕੱਲ੍ਹ 4-5 ਵਜੇ ਆ ਜਾਵੀਂ।" ਉਹ ਸੁਣ ਰਹੀ ਸੀ। ਕੱਲ੍ਹ ਦੁਪਹਿਰ ਜਦੋਂ ਉਹ ਗਾਉਂ ਦੇ ਪਿੱਛੇ ਤੁਰਦੀ ਜੰਗਲ ਤੋਂ ਆਉਂਦੀ ਪਈ ਸੀ ਤਾਂ ਚਤਰੂ ਬਾਵਲੀ ਉੱਤੇ ਬੈਠਾ ਹੋਇਆ ਜਿਵੇਂ ਉਸ ਨੂੰ ਹੀ ਉਡੀਕ ਰਿਹਾ ਹੋਵੇ। ਚਤਰੂ ਦੀ ਗੱਲ ਸੁਣ ਕੇ ਉਸ ਨੂੰ ਲੂੰ ਕੰਡੇ ਖੜ੍ਹੇ ਹੋ ਗਏ। ਦਿਲ ਧੱਕ-ਧੱਕ ਕਰਨ ਲੱਗ ਗਿਆ ਸੀ। ਸਮਝ ਨਹੀਂ ਸੀ ਆ ਰਹੀ ਕੀ ਕਰੇ ਤੇ ਕੀ ਨਾ ਕਰੇ। ਹੱਥ ਕੁਹਾੜੀ ਹੁੰਦੀ ਤਾਂ ਇੰਜ ਇੱਕੋ ਵਾਰੀ ਚੰਦਰੇ ਦੀ ਮੁੰਡੀ ਵੱਢ ਛੱਡਦੀ, ਪਰ ਗੁੱਸੇ 'ਚ ਬਲਦੀਆਂ ਨਜ਼ਰਾਂ ਉਸ ਨੀਵੀਆਂ ਕਰ ਲਿੱਤੀਆਂ। ਗਾਉਂ ਅੱਗੇ ਟੁਰ ਗਈ ਸੀ। ਸੁਭਾਵਿਕ ਹੀ ਉਸ ਨੂੰ ਖਿਆਲ ਆਇਆ, ਉਸਦੇ ਕੁੜਤੇ ਦਾ ਉਤਲਾ ਬਟਨ ਟੁੱਟਾ ਹੋਇਆ ਹੈ। ਉਹ ਝਟ-ਪਟ ਅੱਗੇ ਵਧ ਗਈ। ਚਤਰੂ ਦੀ ਆਵਾਜ਼ ਪਿੱਛੋਂ ਆਉਂਦੀ ਰਹੀ, "ਭੁੱਲੀ ਨਾ, ਕੱਲ੍ਹ ਸ਼ਾਮੀਂ 4-5 ਵਜੇ ਨਹੀਂ ਆਵੇਂਗੀ ਤਾਂ ਸਾਹਿਬ ਗੁੱਸੇ ਹੋਣਗੇ। ਉਹ ਇੱਥੋਂ ਦੇ ਮਾਲਕ ਨੇ, ਮਾਲਕ ਹੋਣਗੇ ਤਾਂ ਆਪਣੇ ਘਰ ਮਰ ਜਾਣਾ, ਉਸਦਾ ਮੂੰਹ ਸੜੇ। ਮੈਨੂੰ ਉਸ ਕੀ ਸਮਝ ਲਿੱਤਾ ਏ?" ਮੈਂ ਕੋਈ ਘਰ ਧੀ ਕੋ ਆਪਣੇ ਆਪ ਬੋਲਦੀ ਆਈ ਤੇ ਘਰ ਆ ਕੇ ਰੋਣ ਲੱਗ ਪਈ। ਰੋ ਕੇ ਮਨ ਹਲਕਾ ਹੋਇਆ ਤਾਂ ਸੱਸ ਕੋਲ ਜਾ ਕੇ ਆਪਣੇ ਪੁੱਤਰ ਗਿੱਲੂ ਨੂੰ ਚੁੱਕ ਦੁੱਧ ਪਿਲਾਉਣ ਲੱਗ ਪਈ। ਦੁੱਧ ਪਿਆਉਂਦੇ ਉਹ ਗਿੱਲੂ ਨੂੰ ਇੱਕ ਟੱਕ ਦੇਖਣ ਲੱਗੀ ਤਾਂ ਉਸਦਾ ਰੋਣਾ ਫਿਰ ਛਿੜ ਗਿਆ। ਮੋਟੇ-ਮੋਟੇ ਅੱਥਰੂ ਗਿੱਲੂ ਦੇ ਮੱਥੇ ਉੱਤੇ ਡਿੱਗੇ ਤਾਂ ਉਸ ਅੱਖਾਂ ਪੂੰਝ ਲਈਆਂ। ਗੁਬਾਰ ਨਾ ਕੱਢ ਸਕੀ ਤਾਂ ਮੂੰਹ ਅੱਗੇ ਕੱਪੜਾ ਧਰ ਕਿੰਨੀ ਦੇਰ ਡੁਸਕਦੀ ਰਹੀ। ਸੱਸ ਨੇ ਉਹਨੂੰ ਤੱਕਿਆ। ਕੋਈ ਨਵੀਂ ਗੱਲ ਹੈ ਨਹੀਂ ਸੀ। ਜਿਸ ਦੇ ਘਰ ਵਾਲੇ ਨੂੰ ਗੁਜ਼ਰੇ ਹਾਲੀਂ ਵਰ੍ਹਾ ਵੀ ਨਾ ਹੋਇਆ ਹੋਵੇ, ਉਹ ਕਿਸੇ ਵੇਲੇ ਵੀ ਰੋ ਸਕਦੀ ਏ। ਸੱਸ ਨੇ ਠੰਡਾ ਹਉਕਾ ਭਰਿਆ ਤੇ ਉਸਦੀਆਂ ਅੱਖਾਂ ਵੀ ਸੇਜਲ ਹੋ ਗਈਆਂ। ਸਾਰੀ ਰਾਤ ਉਸ ਨੂੰ ਨੀਂਦਰ ਨਾ ਆਈ। ਹਨੇਰੇ ਵਿੱਚ ਲੇਟੇ-ਲੇਟੇ ਉਸ ਨੂੰ ਸਮਝ ਹੌਲੀ-ਹੌਲੀ ਆਉਂਦੀ ਗਈ ਕਿ ਚਤਰੂ ਨੇ ਸਾਹਿਬ ਦਾ ਸੁਨੇਹਾ ਪਹੁੰਚਾਉਣ ਦੀ ਹਿੰਮਤ ਕਿੰਜ ਕੀਤੀ। ਅਣਗਿਣਤ ਰਾਤਾਂ ਗੁਜ਼ਰ ਗਈਆਂ। ਉਹ ਸੁੱਖ ਆਰਾਮ ਦੀ ਨੀਂਦਰ ਨਾ ਸੌਂ ਸਕੀ। ਗਿੱਲੂ ਦੁੱਧ ਪੀਂਦਾ-ਪੀਂਦਾ ਸੌਂ ਜਾਂਦਾ, ਪਰ ਉਸ ਨੂੰ ਗਿੱਲੂ ਦੇ ਮੂੰਹ 'ਚੋਂ ਛਾਤੀ ਬਾਹਰ ਕੱਢਣ ਦਾ ਧਿਆਨ ਹੀ ਨਹੀਂ ਰਹਿੰਦਾ। ਸੱਸ ਦੇ ਤੇਜ਼ ਖੁਰਾਟੇ ਵੀ ਉਸ ਦੀਆਂ ਸੋਚਾਂ ਦੀ ਤੰਦ ਨਾ ਤੋੜ ਸਕਦੇ। ਖੱਬੀ ਨੁੱਕਰ ਵਿੱਚ ਸੁੱਤਾ ਉਸਦਾ ਦਿਓਰ ਕਦੀ-ਕਦਾਈਂ ਦਵਾਈ ਪੀਣ ਲਈ ਉੱਠਦਾ ਤਾਂ ਉਸਦੀ ਸੋਚਾਂ ਦੀ ਲੜੀ ਟੁੱਟ ਜਾਂਦੀ। ਉਹ ਹਿੱਲਦੀ ਤਾਂ ਗਿੱਲੂ ਫੇਰ ਮੂੰਹ ਮਾਰਦਾ ਦੁੱਧ ਪੀਣ ਲੱਗ ਜਾਂਦਾ। ਉਸਦੀ ਸੋਚਾਂ ਉਸ ਨੂੰ ਜਿੱਥੇ ਲੈ ਜਾਂਦੀਆਂ ਉੱਥੇ ਸਿਵਾਏ ਅੱਗ ਦੇ ਹੋਰ ਕੁਝ ਵੀ ਨਹੀਂ ਸੀ। ਉਸ ਦੇ ਘਰ ਵਾਲਾ ਬੜਾ ਉੱਚਾ, ਲੰਬਾ, ਜਵਾਨ ਗੱਭਰੂ ਕਿਸੇ ਠੇਕੇਦਾਰ ਕੋਲ ਮੇਹਨਤ ਸੀ। ਦੂਜੇ-ਚੌਥੇ ਦਿਨ ਘਰ ਜ਼ਰੂਰ ਫੇਰਾ ਮਾਰਦਾ। ਉਸਦੇ ਆਉਂਦੇ ਹੀ ਤੱਤੀਆਂ ਝੂਮਦੀਆਂ ਰਾਤਾਂ ਉੱਤੇ ਤਰੇਲ ਪੈ ਜਾਂਦੀ ਤੇ ਜਦੋਂ ਉਹ ਨਾ ਆਉਂਦਾ ਉਹ ਭਖ ਦੇ ਕੋਲਿਆਂ ਉੱਤੇ ਜਿਵੇਂ ਵਿਲਕਣ ਲੱਗ ਪੈਂਦੀ। ਅੱਜ ਉਸਦੀ ਜਿੰਦ 4 ਪੈਰ ਭਖਣ ਵਾਲੀ ਭੱਠੀ ਬਣ ਗਈ ਸੀ। ਵਿਜੋਗ ਦੇ ਕੀੜੇ ਦਿਨੇ-ਰਾਤੀਂ ਉਸਦੀਆਂ ਆਂਦਰਾਂ ਵਿੱਚ ਸੁਲੂ-ਸੁਲੂ ਕਰਦੇ ਉਹਦੇ ਲਹੂ ਪੀਂਦੇ, ਪਰ ਉਹ ਕੁਝ ਵੀ ਤਾਂ ਨਾ ਕਰ ਸਕਦੀ। ਇਹ ਗੱਲ ਚਤਰੂ ਨੂੰ ਕਿੰਜ ਪਤਾ ਲੱਗੀ? ਜੇ ਚਤਰੂ ਨੂੰ ਇਸ ਗੱਲ ਦਾ ਪਤਾ ਨਾ ਹੁੰਦਾ ਤਾਂ ਉਸ ਦੀ ਕੀ ਮਜਾਲ ਜੇ ਉਹ ਮੈਨੂੰ ਆਖਦਾ, "ਤੈਨੂੰ ਸਾਹਿਬ ਨੇ ਬੁਲਾਇਆ।" ਰੋ-ਰੋ, ਸੋਚ-ਸੋਚ ਉਹ ਅੱਧੀ ਰਾਤ ਤੀਕ ਮਨ ਦਾ ਉਬਾਲ ਕੱਢ ਲਿਆ। ਹੁਣ ਉਸ ਨੂੰ ਚਤਰੂ ਉੱਤੇ ਗੁੱਸਾ ਨਹੀਂ ਸੀ ਆ ਰਿਹਾ। ਇੱਕੋ ਫੈਸਲਾ ਉਹ ਮਨ ਨਾਲ ਨਹੀਂ ਸੀ ਕਰ ਸਕੀ ਕਿ ਕੱਲ੍ਹ ਉਹ ਬੰਗਲੇ ਜਾਵੇ ਜਾਂ ਨਾ ਜਾਏ। ਚੀੜ-ਦਿਆਰ ਨਾਲ ਘਿਰੇ ਬੰਗਲੇ ਦਾ ਲਾਲ ਛੱਤ ਉਸ ਨੂੰ ਦਿਸ ਰਿਹਾ ਸੀ। ਪਹਾੜ ਦੇ ਮੈਲੇ ਕੁੜਤੇ ਦਾ ਲਾਲ ਸੂਹਾ ਬਟਨ। ਉਸ ਨੂੰ ਨਹੀਂ ਸੀ ਪਤਾ ਕਿ ਇਹ ਬਟਨ ਖੁੱਲ੍ਹੇਗਾ ਵੀ ਜਾਂ ਨਹੀਂ। ਉਸ ਆਪਣੀ ਕਮੀਜ਼ ਦੇ ਬਟਨ ਦੇਖੇ, ਉਹ ਬੰਦ ਸੀ। ਉਸ ਦੀਆਂ ਨਜ਼ਰਾਂ ਖੱਬੇ ਪਾਸੇ ਪਹਾੜ ਵੱਲ ਗਈ, ਜਿੱਥੇ 2 ਚਿੜਾਂ ਬੜੀਆਂ ਉੱਚੀਆਂ ਖਲੋਤੀਆਂ ਸਨ। ਉਸ ਨੂੰ ਹਮੇਸ਼ਾ ਹੀ ਲੱਗਦਾ ਸੀ ਜਿਵੇਂ ਕੋਈ ਭੌਰ ਡੌਰ ਮਨੁੱਖ ਬਾਹਾਂ ਉੱਚੀਆਂ ਚੁੱਕ ਪਰਮੇਸ਼ਰ ਅੱਗੇ ਫਰਿਆਦ ਕਰ
ਰਿਹਾ ਹੋਵੇ। ਉਸ ਫੇਰ ਰਸੋਈ ਵੱਲ ਦੇਖਿਆ। ਧੁੱਪ ਹੁਣ ਚੁੱਲ੍ਹੇ ਤੋਂ ਥੱਲੇ ਉਤਰ ਆਈ ਸੀ। ਕੋਲ ਹੀ ਚੱਕੀ ਦੇ ਖਿਆਲ ਆਇਆ, ਦੁਬਦਾ ਦੀ ਜਿਸ ਚੱਕੀ ਵਿੱਚ ਉਹ ਫਸੀ ਹੋਈ ਏ, ਉਹ ਨਾ ਤਾਂ ਉਸ ਨੂੰ ਪੀਂਦੀ ਏ ਤੇ ਨਾ ਪੁੜਾਂ 'ਚੋਂ ਬਾਹਰ ਕੱਢਦੀ ਹੈ। ਉਸੀ ਵੇਲੇ ਸੱਸ ਨੇ ਪਸਾਰ 'ਚੋਂ ਆ ਕੇ ਆਵਾਜ਼ ਦਿੱਤੀ, ਲਾੜੀ ਠੰਡੀ ਹਵਾ ਚੱਲਣ ਲੱਗੀ ਏ, ਗਿੱਲੂ ਨੂੰ ਲੈ ਆ। ਉਹ ਭੁੱਲ ਗਈ ਸੀ ਕਿ ਗਿੱਲੂ ਨੂੰ ਦੋਲੂ ਲੈ ਗਿਆ ਏ। ਧੁੱਪ ਰਸੋਈ 'ਚੋਂ ਬਾਹਰ ਆ ਗਈ ਤੇ ਉਸਨੇ ਸੋਚਿਆ, ਬੰਗਲਾ ਭਾਵੇਂ ਜਾਵੇ ਜਾਂ ਨਾ ਹੀ, ਪਰ ਗਿੱਲੂ ਨੂੰ ਲੈ ਆਏ ਚੰਗਾ। ਆ ਕੇ ਉਹ ਸੜਕ ਵੱਲ ਚਲੀ ਗਈ। ਉੱਥੇ ਹੀ ਦੋਲੂ ਦੀ ਚਾਹ ਦੀ ਹੱਟੀ ਏ, ਸਿਰਫ ਨਾ ਮਾਤਰ। ਨਾ ਹੀ ਬੱਸ ਤਾਂ ਉੱਥੇ ਕੋਈ ਖਲੋਂਦੀ ਨਹੀਂ। ਕਦੇ ਕਦੇ ਕੋਈ ਇੱਕ ਅੱਧਾ ਟਰੱਕ ਰੁਕ ਜਾਂਦਾ ਜਾਂ ਕੋਈ ਕਾਰ ਘੜੀ ਕੁ ਆਰਾਮ ਕਰਨ ਲਈ ਰੁਕ ਜਾਂਦੀ ਏ। ਮਸਾਂ ਦਿਹਾੜੀ ਵਿੱਚ 2-4 ਗਾਹਕ ਹੀ ਆਉਂਦੇ ਨੇ। ਦੋਲੂ ਵਿਹਲਾ ਬੈਠ ਬੈਠ ਅੱਕ ਜਾਂਦਾ, ਗਿੱਲੂ ਨੂੰ ਆਪਣੇ ਨਾਲ ਲੈ ਜਾਂਦਾ। ਸੜਕ ਸਾਹਮਣੇ ਹੀ ਦਿਸਣ ਲੱਗ ਪਈ ਤੇ ਦੋਲੂ ਦੀ ਹੱਟੀ ਵੀ। ਹੁਣ ਥੋੜ੍ਹੀ ਡੱਕੀ ਹੀ ਉਤਰਦੀ ਬਾਕੀ ਸੀ। ਬੌਲੀ ਟੱਪਦੇ ਹੀ ਕਮਲੀ ਤੇ ਮੇਲੋ ਮਿਲੀਆਂ। ਭਾਬੀ, ਕਮਲੀ ਆਖਣ ਲੱਗੀ, ਦੋਲੂ ਨੇ ਸਾਨੂੰ ਸੰਤਰੇ ਦੀਆਂ ਗੋਲੀਆਂ ਦਿੱਤੀਆਂ ਨੇ ਭਾਬੀ। ਮੇਲੋ ਕਹਿਣ ਲੱਗੀ, ਦੋਲੂ ਕਹਿ ਰਿਹਾ ਸੀ ਮੇਰੀ ਹੱਟੀ 'ਤੇ ਆਇਓ, ਮੈਂ ਤੁਹਾਨੂੰ ਮਿੱਠੀਆਂ ਗੋਲੀਆਂ ਦਿਆਂਗਾ। ਪਰ ਅਸੀਂ ਨਹੀਂ ਗਈਆਂ, ਦੂਰ ਦੂਰ ਹੀ ਖਲੋਤੀਆਂ ਰਹੀਆਂ। ਆਖਰ ਉਸ ਦੂਰ ਤੋਂ ਹੀ ਗੋਲੀਆਂ ਸੁੱਟੀਆਂ ਤੇ ਅਸੀਂ ਚੁੱਕ ਕੇ ਨੱਸੀਆਂ। ਬੜੀਆਂ ਮਿੱਠੀਆਂ ਗੋਲੀਆਂ ਨੇ ਭਾਬੀ। ਦੋਵੇਂ ਕੁੜੀਆਂ ਕਿੰਨੀਆਂ ਸ਼ੈਤਾਨ ਨੇ, ਇੰਜ ਗੱਲਾਂ ਕਰਕੇ ਨੱਸ ਗਈਆਂ ਜਿਵੇਂ ਦੋਲੂ ਨਾਲ ਉਹਨਾਂ ਦਾ ਕੋਈ ਸਬੰਧ ਹੀ ਨਾ ਹੋਵੇ। ਚੁੱਪ ਚਪੀਤੇ ਉਹ ਫੇਰ ਅੱਗੇ ਟੁਰ ਪਈਆਂ। ਦੋਲੂ ਕੋਲ ਲੋਕ ਜਿੰਨੇ ਦੂਰ ਦੂਰ ਨੱਸਦੇ ਨੇ, ਓਨਾ ਹੀ ਉਹ ਨੇੜੇ ਆਉਣਾ ਚਾਹੁੰਦੇ। ਲੋਕ ਵੀ ਕੀ ਕਰਨ, ਉਸਦੀ ਸ਼ਕਲ ਹੀ ਐਸੀ ਏ। ਉਸਨੂੰ ਦੇਖ ਕੇ ਕਈ ਵਾਰ ਤਾਂ ਮੈਨੂੰ ਆਪ ਹੀ ਹਾਸਾ ਛਿੜ ਪੈਂਦਾ ਏ ਤੇ ਕਈ ਵਾਰ ਡਰ ਜਿਹਾ ਲੱਗਣ ਲੱਗ ਪੈਂਦਾ ਹੈ। ਸਕੀ ਭਾਬੀ ਹੋ ਕੇ ਵੀ ਦੋਲੂ ਨੂੰ ਆਪਣੇ ਕੋਲ ਜ਼ਿਆਦਾ ਨਹੀਂ ਆਉਣ ਦਿੱਤਾ। ਮੋਟਾ ਢਿੱਡ, ਤ੍ਰੈ ਨੁਕਰਾ ਮੁਹਾਂਦਰਾ, ਨਿੱਕੀਆਂ ਨਿੱਕੀਆਂ ਅੱਖਾਂ ਤੇ ਸ਼ਦੇਲੇ ਦੇ ਚੂਹੇ ਜਿੱਡਾ ਨੱਕ, ਨਿੱਕਾ ਜਿਹਾ ਗਿਰ। ਲੋਕਾਂ ਉਸ ਨੂੰ ਦੌਲੇ ਸ਼ਾਹ ਦਾ ਚੂਹਾ ਆਖ ਕੇ ਛੇੜਦੇ ਸੀ। ਉਸ ਨੂੰ ਸਵੇਰ ਦੀ ਗੱਲ ਯਾਦ ਆਈ। ਉਹ ਗੇਲੂ ਨੂੰ ਦੁੱਧ ਪਿਲਾ ਰਹੀ ਸੀ। ਬੇਧਿਆਨੇ ਕੁੜਤਾ ਜ਼ਰਾ ਉੱਚਾ ਚੁੱਕਿਆ ਗਿਆ। ਉਹ ਇੱਕੋ ਨਜ਼ਰ ਗੇਲੂ ਨੂੰ ਦੇਖ ਰਹੀ ਸੀ। ਸੁਭਾਵਕ ਹੀ ਉਸ ਦੀ ਨਜ਼ਰ ਉੱਚੀ ਹੋਈ ਤਾਂ ਦੇਖਿਆ ਦੋਲੂ ਦਰਵਾਜ਼ੇ 'ਚ ਖਲੋਤਾ ਉਸ ਨੂੰ ਘੂਰ ਰਿਹਾ ਸੀ। ਉਹ ਝੱਟ ਕੁੜਤਾ ਥੱਲੇ ਖਿੱਚ ਲਿਆ। ਦੋਲੂ ਨੇ ਮੂੰਹ ਤੋਂ ਸਾਫ਼ ਲੱਭਦਾ ਸੀ ਕਿ ਉਹ ਚੋਰੀ ਕਰਦਾ ਰੰਗੇ ਹੱਥ ਪਕੜਿਆ ਗਿਆ ਸੀ। ਉਹ ਕਿੱਲੀ ਟੰਗਿਆ, ਪਰਨਾ ਮੋਢੇ ਉੱਤੇ ਸੁੱਟਿਆ ਤੇ ਬਾਹਰ ਨਿਕਲ ਗਿਆ। ਦੋਲੂ ਦੀਆਂ ਗੱਲਾਂ ਯਾਦ ਕਰਦੀ ਉਹ ਟੱਕੀ ਉੱਤਰ ਸੜਕ 'ਤੇ ਪੁੱਜ ਗਈ। ਸਾਹਮਣੇ ਦੇਖਿਆ, ਬੰਗਲੇ ਨੂੰ ਜਾਂਦੀ ਪਗਡੰਡੀ ਉੱਤੇ ਚਤਰੂ ਖਲੋਤਾ ਸੀ। ਉਸਨੇ ਦੇਖ ਝੱਟ ਅੱਗੇ ਹੋਇਆ, ਸਾਹਿਬ ਤੈਨੂੰ ਉਡੀਕ ਰਹੇ ਨੇ। ਉਹ ਬਿਨਾਂ ਜਵਾਬ ਦਿੱਤੇ ਹੌਲੀ ਹੌਲੀ ਦੋਲੂ ਦੀ ਹੱਟੀ ਵੱਲ ਤੁਰ ਪਈ। ਉਸ ਦੇ ਪੈਰ ਕੰਬਣ ਲੱਗੇ। ਮੋੜ ਉੱਤੇ ਪਹੁੰਚ ਉਸ ਪਿੱਛੇ ਝਾਤੀ ਮਾਰੀ। ਚਤਰੂ ਉੱਥੇ ਹੀ ਖਲੋਤਾ ਸੀ। ਘੜੀ ਭਰ ਦੇਖਦੀ ਰਹੀ ਤੇ ਫਿਰ ਤੇਜ਼ ਤੇਜ਼ ਕਦਮ ਪੁੱਟਦੀ ਦੋਲੂ ਦੀ ਹੱਟੀ 'ਤੇ ਆ ਪੁੱਜੀ। ਕੀ ਗੱਲ ਏ ਭਾਬੀ? ਦੋਲੂ ਨੇ ਉਸ ਨੂੰ ਦੇਖਦੇ ਹੀ ਕਿਹਾ, ਬੜੀ ਥੱਕੀ ਥੱਕੀ ਲੱਗਣੀ ਏ। ਐਵੇਂ ਹੀ। ਗਿੱਲੂ ਕਿੱਥੇ ਵੇ? ਆ ਸੁੱਤਾ ਹੋਇਆ, ਦੇ ਮੈਨੂੰ ਫੜਾ। ਇੰਨੀ ਜਲਦੀ ਵੀ ਕੀ ਆ ਭਾਬੀ? ਬੈਠ ਜਾ ਜਰਾ, ਆਰਾਮ ਕਰ ਲੈ, ਚਾਹ ਪੀ ਲੈ। ਨਹੀਂ ਭਾਊ, ਅੱਜ ਕੁਝ ਦਿਲ ਨਹੀਂ ਕਰ ਰਿਹਾ। ਤੈਨੂੰ ਮੇਰੀ ਕਸਮ ਹੈ ਭਾਬੀ, ਐਸੀ ਚਾਹ ਪਿਲਾਵਾਂਗਾ ਕਿ ਤੇਰਾ ਦਿਲ ਹੋਰ ਹੋ ਜਾਵੇਗਾ। ਉਸ ਨੇ ਦੋਲੂ ਨੂੰ ਨੀਝ ਲਗਾ ਕੇ ਦੇਖਿਆ। ਉਸ ਦੇ ਪੱਧਰੇ ਤਿਕੋਣੇ ਮੂੰਹ ਉੱਤੇ ਕੋਈ ਖੁਸ਼ੀ ਦੀ ਝਲਕ ਸੀ। ਨਿੱਕੀਆਂ ਨਿੱਕੀਆਂ ਅੱਖਾਂ 'ਚੋਂ ਇੱਕ ਲੋ ਜਿਹੀ ਚਮਕ ਰਹੀ ਸੀ। ਕੀ ਗੱਲ ਏ ਭਾਊ? ਉਸ ਹੱਟੀ ਦੇ ਥੜੇ ਉੱਤੇ ਬੈਠਦਿਆਂ ਆਖਿਆ। ਅੱਜ ਤੂੰ ਬੜਾ ਖੁਸ਼ ਲੱਗਦਾ ਪਿਆ ਏਂ। ਸੱਚੀ ਹੀ ਭਾਬੀ, ਅੱਜ ਮਜ਼ਾ ਆ ਗਿਆ। ਕੀ ਗੱਲ ਹੋਈ? ਸਾਨੂੰ ਵੀ ਤਾਂ ਦੱਸ ਨਾ। ਉਹ ਦੋਲੂ ਨੂੰ ਦੇਖ ਰਹੀ ਸੀ। ਉਸ ਨੇ ਇਤਨਾ ਖੁਸ਼ ਕਦੇ ਨਹੀਂ ਸੀ ਦੇਖਿਆ। ਮੂੰਹ 'ਤੇ ਖਿਲਰੇ ਹਾਸੇ ਨਾਲ ਉਹ ਘੱਟ ਕੋਝਾ ਲੱਗ ਰਿਹਾ ਸੀ। ਗਰਮ ਗਰਮ ਚਾਹ ਦਾ ਕੱਪ ਉਸ ਨੇ ਉਸਦੇ ਹੱਥ 'ਤੇ ਟਿਕਾਇਆ ਤੇ ਥੜੇ ਉੱਤੇ ਉਸਦੇ ਕੋਲ ਹੀ ਬੈਠ ਗਿਆ। ਭਾਬੀ, ਬੰਗਲੇ ਵਿੱਚ ਜਿਹੜਾ ਸਾਹਿਬ ਆਇਆ ਨਾ, ਉਹ ਚਾਹ ਪੀਂਦੇ ਪੀਂਦੇ ਰੁਕ ਗਈ। ਦੋਲੂ ਆਖਦਾ ਗਿਆ, ਬੜਾ ਭਲਾ ਮਾਨਸ ਏ। ਉਹ ਚਾਹੇ ਤਾਂ ਮੇਰੀ ਹੱਟੀ 1 ਮਿੰਟ ਵਿੱਚ ਚੁੱਕ ਕੇ ਢਾਹ ਦੇਵੇ। ਇਹ ਸਾਰਾ ਜੰਗਲ
ਤੇ ਇਹ ਸੜਕ ਸਭ ਉਸੀ ਦੀ ਮਿਹਤਾਤ ਨੇ। ਅੱਜ ਇੱਥੇ ਮੇਰੀ ਹੱਟੀ ਆਇਆ ਸੀ, ਮੇਰੇ ਹੱਥ ਦੀ ਚਾਹ ਪੀ ਗਿਆ ਤੇ ਆਖਦਾ ਸੀ ਉਹ ਜਲਦੀ ਹੀ ਮੈਨੂੰ ਮੇਹਟ ਬਣਾ ਦੇਵੇਗਾ। ਚਾਹ ਪੀਤੇ ਬਗੈਰ ਹੀ ਉਸਨੇ ਕੱਪ ਇੱਕ ਪਾਸੇ ਟਿਕਾ ਦਿੱਤਾ। ਗਿੱਲੂ ਨੂੰ ਚੁੱਕ ਕੇ ਉਹ ਹੱਟੀ ਤੋਂ ਬਾਹਰ ਨਿਕਲ ਆਈ। ਦੋਲੂ ਹੈਰਾਨ ਉਸ ਨੂੰ ਦੇਖਦਾ ਰਿਹਾ। ਕੀ ਗੱਲ ਏ ਭਾਬੀ, ਚਾਹ ਤਾਂ ਪੀ ਲੈ। ਨਹੀਂ ਭਾਊ, ਅੱਜ ਮਨ ਕੁਝ ਠੀਕ ਨਹੀਂ ਹੈ, ਇਹ ਚਾਹ ਤੂੰ ਪੀ ਲੈ, ਮੈਂ ਫੇਰ ਕਦੀ ਪੀ ਲਵਾਂਗੀ, ਆਖਦੀ ਉੱਥੋਂ ਟੁਰ ਗਈ। ਦੋਲੂ ਦੀ ਸਮਝ ਵਿੱਚ ਕੁਝ ਨਹੀਂ ਆਇਆ। ਉਹ ਤੇਜ਼-ਤੇਜ਼ ਕਦਮ ਪੁੱਟ ਰਹੀ ਸੀ। ਮੋੜ ਉੱਤੇ ਚਤਰੂ ਨਹੀਂ ਸੀ। ਸੜਕ ਟੱਪ ਉਹ ਢੱਕੀ ਚੜ੍ਹਨ ਲੱਗੀ ਤਾਂ ਉਸਨੂੰ ਕੁਝ ਖੌਲਿਆ ਜਿਹਾ ਲੱਗਾ, ਜਿਵੇਂ ਕੋਈ ਪਿੱਛਾ ਕਰ ਰਿਹਾ ਹੋਵੇ। ਕਈ ਵਾਰ ਉਸਦਾ ਤ੍ਰੈਬਕ ਕੇ ਪਿੱਛੇ ਵੀ ਤੱਕਿਆ, ਪਰ ਕੋਈ ਵੀ ਤਾਂ ਨਾ ਲੱਭਾ। ਉਹ ਬੌਲੀ ਕੋਲ ਪੁੱਜੀ ਤਾਂ ਦਹਿਲ ਗਈ। ਇੱਥੇ ਤਾਂ ਝਾੜੀਆਂ ਵੀ ਐਸੀਆਂ ਨੇ ਕਿ ਆਦਮੀ ਆਪਣੇ ਆਪ ਹੀ ਡਰ ਜਾਵੇ। ਠਹਿਰ ਜਾ ਚਤਰੂ ਇੱਕ ਦਰਖਤ ਪਿੱਛੋਂ ਨਿਕਲ ਰਿਹਾ ਸੀ। ਸਾਹਿਬ ਤੇਰੀ ਰਾਹ ਦੇਖ ਰਿਹਾ ਏ। ਉਹ ਕੁਝ ਨਾ ਬੋਲੀ। ਸੁੱਤੇ ਹੋਏ ਗਿੱਲੂ ਨੂੰ ਹੋਰ ਜ਼ੋਰ ਨਾਲ ਘੁੱਟ ਲਿਆ। ਮੂਰਖ ਨਾ ਬਣ, ਸਾਹਿਬ ਬੜਾ ਵੱਡਾ ਅਫਸਰ ਹੈ, ਇਹ ਮੌਕਾ ਤੈਨੂੰ ਘੜੀ ਮੁੜੀ ਨਹੀਂ ਮਿਲਣਾ। ਆਪਣੇ ਆਪ ਨੂੰ ਦੇਖ, ਜਵਾਨੀ ਨੂੰ ਮਿੱਟੀ ਵਿੱਚ ਨਾ ਰੋਲ। ਉਸਦੀਆਂ ਨਜ਼ਰਾਂ ਨੀਵੀਆਂ, ਇੱਕ ਹੱਥ ਵਿੱਚ ਗਿੱਲੂ ਤੇ ਦੂਜੀ ਗਿੱਲੂ ਦੀ ਪਿੱਠ ਉੱਤੇ, ਤੇ ਉਹ ਚੁੱਪ ਸੀ ਜਿਵੇਂ ਸਾਰੀ ਦੁਨੀਆ ਉਸ ਵੇਲੇ ਚੁੱਪ ਹੋ ਗਈ ਹੋਵੇ। ਚੱਲ ਆ, ਟੁਰ ਆ ਜਾ, ਚਤਰੂ ਦੀ ਆਵਾਜ਼ ਵਿੱਚ ਜਿਵੇਂ ਜਾਦੂ ਸੀ। ਇਸ ਨੂੰ ਛੋੜ ਕੇ ਆਉਂਦੀ ਹਾਂ, ਆਖਦੀ ਉਹ ਟੁਰ ਪਈ। ਉਹ ਚਤਰੂ ਵੱਲ ਦੇਖਿਆ। ਉਸ ਨੂੰ ਪਤਾ ਸੀ ਕਿ ਚਤਰੂ ਆਪਣੀ ਜਿੱਤ ਲਈ ਜ਼ਰੂਰ ਹੱਸ ਰਿਹਾ ਹੋਵੇਗਾ। ਉਹ ਹੌਲੀ-ਹੌਲੀ ਘਰ ਵੱਲ ਟੁਰਦੀ ਪਈ। ਜਾਣੇ ਦੀ ਫੈਸਲਾ ਕਰਕੇ, ਜਿਵੇਂ ਹੀ ਉਹ ਦੋਚੁੱਤਿਆਂ ਦੀ ਪੀੜ ਵਿੱਚੋਂ ਮੁਕਤ ਹੋ ਗਈ ਹੋਵੇ। ਸੂਰਜ ਡੁੱਬ ਚੁੱਕਾ ਸੀ, ਪਰ ਅਜੇ ਹਨੇਰਾ ਨਹੀਂ ਸੀ ਹੋਇਆ। ਹਵਾ ਖੂਬ ਜ਼ੋਰ ਨਾਲ ਦੀ ਚੱਲ ਰਹੀ ਸੀ। ਹੁਣ ਉਹ ਦਮ ਨਹੀਂ ਘੁੱਟ ਰਿਹਾ ਸੀ। ਰਸੋਈ ਵਿੱਚ ਪੁੱਜ ਕੇ ਉਸਨੂੰ ਪਸਾਰ ਵਿੱਚ ਕੋਈ ਗੱਲਾਂ ਕਰਦਾ ਲੱਗਿਆ। ਉਹ ਰੁਕ ਗਈ ਤੇ ਕੰਨ ਸੌ ਲੈਣ ਲੱਗੀ। ਕੁਝ ਲਾੜੀ ਦਾ ਵੀ ਸੋਚਿਆ ਈ ਇਹ ਸਰੋਂਦੀ। ਇਹ ਉਸਦੇ ਸਹੁਰੇ ਦੀ ਆਵਾਜ਼ ਸੀ। ਉਸਦੀ ਸੱਸ ਨੇ ਇੱਕ ਠੰਡਾ ਸਾਹ ਭਰਿਆ। ਮੈਂ ਕੀ ਸੋਚਾਂ ਭੈਣੇ, ਮੈਂ ਉਸਨੂੰ ਚਤਰੂ ਨਾਲ ਗੱਲਾਂ ਕਰਦੇ ਦੇਖਿਆ ਸੀ। ਕੋਈ ਹੋਰ ਦੇਖਦਾ ਤਾਂ ਗਰਾਂ ਵਿੱਚ ਪੁਆੜਾ ਪੈ ਜਾਂਦਾ। ਤੂੰ ਹੀ ਦੱਸ ਮੈਂ ਕੀ ਕਰਾਂ, ਸੱਸ ਨੇ ਰੋਣ ਹਾਕੀ ਆਵਾਜ਼ ਵਿੱਚ ਕਿਹਾ। ਘਰ ਗਾਊਂ ਨੂੰ ਐਵੇਂ ਕਿੱਲੀ ਨਾਲ ਕਿੰਜ ਬੰਨ੍ਹ ਦਿਆਂ, ਮੈਂ ਉਸ ਨੂੰ ਆਖ ਕੇ ਵੀ ਕੀ ਸਕਦੀ ਆਂ। ਉਸਦੀ ਉਮਰ ਵਿੱਚ ਸੋਗ ਦੇ ਡੰਗ ਝਰਨੇ ਕੋਈ ਸੌਖੇ ਨਹੀਂ। ਦੋਲੂ ਆਪਣੇ ਭਰਾ ਦੀ ਥਾਂ ਕਿੱਥੇ ਪੂਰੀ ਕਰ ਸਕਦਾ। ਕਦੀ-ਕਦੀ ਮੈਂ ਸੋਚਦੀ ਆਂ ਆਪਣੇ ਹੱਥੀਂ ਚੰਗੀ ਥਾਂ ਲੱਭ ਦਿਆਂ, ਪਰ ਮੋਈ ਤਾਂ ਜੇ ਸਾਹ ਨਾ ਆਇਆ। ਮੈਂ ਤੇ ਦੋਲੂ ਦੋਨੋਂ ਹੀ ਉਸ ਦੀ ਗੋਚਰੀ ਹਾਂ। ਵੰਸ ਦੀ ਵੇਲ ਵੀ ਉਸ ਦੀ ਗੋਦ ਵਿੱਚ ਹੀ ਪਲਦੀ ਪਈ ਹੈ। ਉਹ ਰਾਜੀ ਖੁਸ਼ੀ ਰਵੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹਨੇਰਾ, ਹਰ ਪਾਸੇ ਹਨੇਰਾ, ਪਹਾੜ, ਝੀਲਾਂ, ਦਿਆਰ, ਸਭ ਕੁਝ ਹਨੇਰੇ ਵਿੱਚ ਡੁੱਬ ਗਿਆ। ਚੌਹਾਂ ਪਾਸੇ ਸੁੰਨਸਾਨ ਛਾਈ ਹੋਈ ਏ। ਅੰਬਰ ਤੋਂ ਸਾਰੇ ਤਾਰੇ ਬੱਦਲਾਂ ਦੀ ਚਾਦਰਾਂ ਓਹਲੇ ਛੁਪ ਗਏ। ਨਿੱਕੀਆਂ-ਨਿੱਕੀਆਂ ਕਣੀਆਂ ਦੇ ਫੁਹਾਰ ਪੈ ਰਹੇ ਸੀ। ਹੋ ਸਕਦਾ ਬਰਫ਼ ਵੀ ਪਏ ਤਾਂ ਕੱਲ੍ਹ ਸਵੇਰੇ ਪਹਾੜ ਬਰਫ਼ ਥੱਲੇ ਢੱਕੇ ਜਾਣ। ਉਹ ਬਾਹਰ ਥੰਮੀ ਦੇ ਸਹਾਰੇ ਖਲੋਤੀ ਹੋਈ ਗਿੱਲੂ ਦਾਦੀ ਦੀ ਝੋਲੀ ਵਿੱਚ ਸੌਂ ਗਿਆ। ਉਹ ਦੋਲੂ ਨੂੰ ਉਡੀਕ ਰਹੀ ਸੀ, ਉਹ ਆਏ ਤਾਂ ਰੋਟੀ ਦੇ ਵਿਹਲੀ ਹੋਵਾਂ। ਵਿਹਲੀ ਤਾਂ ਉਹ ਸੱਸ ਦੀ ਗੱਲ ਸੁਣ ਕੇ ਹੀ ਹੋ ਗਈ ਸੀ। ਸਰਕਾਰੀ ਬੰਗਲੇ ਉਡੀਕਦੀ ਸਾਹਿਬ ਨੂੰ ਉਹ ਭੁੱਲ ਗਈ ਸੀ, ਪਰ ਦੋਲੂ ਅਜੇ ਤੀਕ ਕਿਉਂ ਨਹੀਂ ਆਇਆ। ਇੰਨੇ ਚਿਰ ਤਾਂ ਘਰ ਤੋਂ ਬਾਹਰ ਉਹ ਕਦੇ ਵੀ ਨਹੀਂ ਰਿਹਾ। ਉਸ ਨੂੰ ਕੁਝ ਖੜਾਕ ਦੀ ਆਵਾਜ਼ ਆਈ। ਹਨੇਰੇ ਵਿੱਚ ਕੁਝ ਵੀ ਤਾਂ ਨਹੀਂ ਸੀ ਲੱਭ ਰਿਹਾ। ਉਸ ਸੋਚਿਆ, ਦੋਲੂ ਤੋਂ ਬਿਨਾਂ ਇੱਥੇ ਹੋਰ ਕੌਣ ਆ ਸਕਦਾ ਏ। ਹਨੇਰੇ ਵਿੱਚ ਆਉਂਦੇ ਦੋਲੂ ਭੂਤ ਲੱਗ ਰਿਹਾ ਸੀ। ਅੱਖਾਂ 'ਤੇ ਜ਼ੋਰ ਪਾ ਕੇ ਦੇਖਣ ਦਾ ਯਤਨ ਕਰ ਰਹੀ ਸੀ। ਟੁਰਦਾ-ਟੁਰਦਾ ਦੋਲੂ ਝੋਕੇ ਖਾ ਰਿਹਾ ਸੀ, ਜਿਵੇਂ ਉਹ ਸ਼ਰਾਬ ਪੀਤੀ ਹੋਵੇ, ਪਰ ਦੋਲੂ ਤਾਂ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ। ਘਬਰਾ ਕੇ ਉਹ ਜ਼ਰਾ ਅੱਗੇ ਹੋਈ। ਭਾਬੀ, ਭਾਬੀ! ਦੋਲੂ ਨੇ ਵੀ ਉਸ ਨੂੰ ਦੇਖ ਲਿਆ ਸੀ ਤੇ ਅੰਨ੍ਹੇਵਾਹ ਬਾਹਾਂ ਉਲਾਰਦਾ ਅੱਗੇ ਵਧ ਰਿਹਾ ਸੀ। ਕੋਲ ਪੁੱਜਦੇ ਹੀ ਇੱਕ ਜ਼ੋਰ ਦੀ ਢਾਹ ਜਿਹੀ ਭਾਬੀ ਮਾਰ ਉਸ ਦੇ ਉੱਤੇ ਹੀ ਡਿੱਗ ਪਿਆ। ਉਸ ਬੜੀ ਮੁਸ਼ਕਲ ਨਾਲ ਤੁਲਸੀ ਦੇ ਥੜ੍ਹੇ ਨੂੰ ਫੜ ਆਪਣੇ ਆਪ ਨੂੰ ਸਾਂਭਿਆ, ਪਰ ਦੋਲੂ ਇੱਕੋ ਪਿਆਂਟਣੀ ਨਾਲ ਆਟੇ ਦੇ ਪੇੜੇ ਵਾਂਗੂ ਜ਼ਮੀਨ 'ਤੇ ਡਿੱਗ ਪਿਆ। ਭਾਊ, ਭਾਊ ਕੀ ਹੋਇਆ ਤੈਨੂੰ? ਦੋਲੂ ਨੂੰ ਸਾਂਭਣ ਦਾ ਯਤਨ ਕਰਦੇ ਹੋਏ ਇੱਕ ਹੱਥ 'ਚ ਉਸ ਦਾ ਸਿਰ ਫੜ ਕੇ ਦੂਜੇ ਨਾਲ ਉਹਦੀ ਬਾਂਹ ਖਿੱਚਣ ਲੱਗੀ। ਸਾਲੇ ਲੁੱਚੇ, ਬਦਮਾਸ਼! ਦੋਲੂ ਬੁੜਬੁੜਾ ਰਿਹਾ ਸੀ। ਭਾਊ, ਤੈਨੂੰ ਕੀ ਹੋਇਆ ਏ?
ਛੱਡ ਦੇ ਭਾਬੀ, ਮੈਂ ਇਹਨਾਂ ਦਾ ਸਿਰ ਕੁਚਲ ਦਿਆਂਗਾ। ਫਲੰਡਰ ਬਦਮਾਸ਼ ਕਿਸੇ ਪਾਸੇ ਦੇ ਗੰਦੀ ਮੁਸ਼ਕ ਉਸ ਦੇ ਨੱਕ ਨੂੰ ਚੜ੍ਹੀ। ਭਾਊ, ਸ਼ਰਾਬ ਪੀ ਕੇ ਕਿਸ ਨੂੰ ਗਾਲਾਂ ਕੱਢ ਰਿਹਾ ਏਂ? ਭਾਬੀ, ਮੈਂ ਕਦੇ ਸ਼ਰਾਬ ਨਹੀਂ ਪੀਤੀ। ਅੱਜ ਉਸ ਬੰਗਲੇ ਵਾਲੇ ਸਾਹਿਬ ਨੇ ਮੈਨੂੰ ਸਾਦਾ ਭੇਜਿਆ। ਉਹ ਜ਼ੋਰ ਜ਼ਬਰ ਨਾਲ ਮੈਨੂੰ ਸ਼ਰਾਬ ਪਿਆਈ ਤੇ ਆਖਣ ਲੱਗਾ ਗੋਡੇ ਦੇ ਭਾਰ। ਉਹ ਉਸ ਦੇ ਨਾਲ ਹੀ ਬੈਠ ਗਈ। ਆਖਣ ਲੱਗਾ, ਆਪਣੀ ਭਾਬੀ ਨੂੰ ਸੱਦ ਲਿਆ। ਮੈਂ ਸ਼ਰਾਬ ਦੀ ਬੋਤਲ ਚੁੱਕ ਉਸ ਦੇ ਸਿਰ ਵਿੱਚ ਮਾਰੀ। ਉਹ 2 ਜਾਣੇ ਸਨ, ਦੋਵਾਂ ਮੇਰੇ ਉੱਪਰ ਪੈ ਗਏ। ਮੈਨੂੰ ਉਹਨਾਂ ਬੜਾ ਮਾਰਿਆ ਭਾਬੀ, ਬੜਾ ਹੀ ਮਾਰਿਆ। ਮੇਰੀਆਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ। ਦੋਲੂ ਰੋ ਰਿਹਾ ਸੀ। ਉਹ ਹੌਲੀ ਜਿਹੀ ਆਪਣੀ ਦੇਹ ਦਾ ਸਹਾਰਾ ਦਿੱਤਾ। ਉਹ ਬੁੜਬੁੜਾ ਰਿਹਾ ਸੀ। ਚੰਗਾ ਕੀਤਾ ਭਾਬੀ, ਤੂੰ ਉੱਥੇ ਗਈ ਨਹੀਂ। ਉਹ ਬੇਸ਼ਰਮ ਬਦਮਾਸ਼ ਬੜੇ ਬੇਕਸਾਇਕੇ ਨੇ। ਉਹਨਾਂ ਦਾ ਕਦੀ ਵੀ ਵਿਸਾਹ ਨਾ ਕਰੀਂ ਭਾਬੀ। ਉਹਨਾਂ ਕੋਲ ਕਦੀ ਨਾ ਜਾਈਂ। ਕਦੀ ਨਹੀਂ, ਕਦੀ ਨਹੀਂ। ਉਸ ਦੋਲੂ ਨੇ ਆਪਣੀਆਂ ਬਾਹਾਂ ਵਿੱਚ ਜਕੜ ਪੂਰੀ ਤਰ੍ਹਾਂ ਉਠਾਉਣ ਦਾ ਯਤਨ ਕੀਤਾ। ਹੌਲੀ ਹੌਲੀ ਉਸ ਨੂੰ ਪਸਾਰ 'ਚ ਲੈ ਗਈ। ਦੋਲੂ ਨੇ ਖੱਬੀ ਬਾਂਹ ਉਸ ਦੇ ਗਲੇ ਵਿੱਚ ਪਾਈ ਤੇ ਉਸ ਦੀ ਛਾਤੀ ਉੱਤੇ ਟਿਕਾਇਆ ਹੋਇਆ ਸੀ ਸਿਰ। ਉਸ ਨੇ ਦੋਲੂ ਨੂੰ ਮੰਜੀ ਉੱਤੇ ਲਿਟਾ ਤਾ ਰਜਾਈ ਦੇ ਦਿੱਤੀ। ਫਿਰ ਆਪਣੀ ਮੰਜੀ ਉੱਤੇ ਜਾਣ ਲੱਗੀ ਤਾਂ ਹੌਲੀ ਜਿਹੀ ਖਿੱਚ ਲੱਗੀ। ਉਹ ਸੁੰਨ ਹੋ ਗਈ। ਸਮਝ ਗਈ ਕਿ ਦੁਪੱਟੇ ਦੀ ਚੁੱਕ ਦੋਲੂ ਦੇ ਹੱਥ ਵਿੱਚ ਹੈ। ਉਸ ਸੱਸ ਦੀ ਮੰਜੀ ਵੱਲ ਝਾਕਿਆ। ਉਸ ਨੂੰ ਕੁਝ ਨਾ ਲੱਭਾ। ਚੌਹਾਂ ਪਾਸੇ ਹਨੇਰਾ ਹੀ ਹਨੇਰਾ ਸੀ। ਉਸ ਨੂੰ ਜਿਵੇਂ ਸੁਰਤ ਹੀ ਨਾ ਰਹੀ। ਹਨੇਰੇ ਵਿੱਚ ਇੱਕ ਭਿਆਨਕ ਬਲਾ ਬਣ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਤੇ ਉਸ ਦੇ ਪੰਜਿਆਂ ਵਿੱਚ ਫਸੀ ਹੋਈ ਉਹ ਖਿੱਚਦੀ ਜਾ ਰਹੀ ਸੀ। ਉਹ ਦੋਲੂ ਦੇ ਸਿਰਹਾਣੇ ਵੱਲ ਬੈਠ ਗਈ। ਉਹਨੇ ਹੱਥ ਅਚਾਨਕ ਉਸ ਨੂੰ ਆਪਣੇ ਪੱਟਾਂ ਉੱਤੇ ਸਰਕਦਾ ਲੱਗਿਆ ਤਾਂ ਉਹ ਦੋਲੂ ਦੀ ਬੁੱਕਲ ਵਿੱਚ ਤਿਲਕਦੀ ਜਾ ਰਹੀ ਸੀ। ਥੋੜ੍ਹੇ ਚਿਰ ਬਾਅਦ ਉਸ ਦੀ ਨੰਗੀ ਦੇਹ ਦੋਲੂ ਦੀ ਨੰਗੀ ਦੇਹ ਨਾਲ ਇੰਜ ਚਿਮਟੀ ਹੋਈ ਸੀ ਜਿਵੇਂ ਕੋਈ ਚਾਮ ਚੜਿੱਕ। ਬਾਹਰ ਵਰਖਾ ਦੀਆਂ ਕਣੀਆਂ ਜੰਮਣ ਲੱਗ ਪਈਆਂ ਤੇ ਪਾਲਾ ਪੈ ਰਿਹਾ ਸੀ। ਬਰਫ਼ ਪੈ ਰਹੀ ਸੀ। ਕਹਾਣੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਨਵੀਂ ਕਹਾਣੀ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।